ਤੇ ਨਵੇਂ ਸਾਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਸਿੱਖੀ ਦੇ ਨਵੇਂ ਸਾਲ 554 ਇਹਦੀ ਆਰੰਭਤਾ ਵੀ ਹੋਈ ਹੈ। ਸੋ ਨਵੇਂ ਸਾਲ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ 12 ਮਾਹ ਜੋ ਕਿ ਪਾਵਨ ਅੰਗ 133 ਤੇ ਸੁਸ਼ੋਭਿਤ ਹੈ। ਚੇਤ ਦੇ ਮਹੀਨੇ ਸਿਰਲੇਖ ਹੇਠ ਪਾਤਸ਼ਾਹ ਜੀ ਕੀ ਵਿਚਾਰ ਸਾਨੂੰ ਸਮਝਾ ਰਹੇ ਨੇ, ਜਿਸ ਨਾਲ ਅਸਾਂ ਇਸ ਮਹੀਨੇ ਨੂੰ ਹੀ ਨਹੀਂ ਬਲਕਿ ਆਪਣੇ ਜੀਵਨ ਦੇ ਹਰ ਇੱਕ ਪਲ ਨੂੰ ਸੁੱਖ ਅਤੇ ਪਰਮਾਤਮਾ ਦੀ ਭਗਤੀ ਵਿੱਚ ਭਿੱਜ ਕੇ ਬਤੀਤ ਕਰ ਸਕਦੇ ਹਾਂ। ਪਾਤਸ਼ਾਹ ਜੀ ਮਿਹਰ ਕਰਨ। ਆਓ ਕੁਝ ਸਮਾਂ ਲਈ ਵਿਚਾਰਾਂ ਨਾਲ ਸਾਂਝ ਪਾਈਏ। ਮਨੋਬਿਰਤਿਆਂ ਨੂੰ ਇਕਾਗਰ ਕਰਦੇ ਹਾਂ। ਸਾਰੇ ਉਚਾਰਨ ਕਰੋ। ਸਤਨਾਮ ਵਾਹਿਗੁਰੂ। ਬਾਰਾਂ ਮਾਹ ਮਾਝ ਮਹਿਲਾ ਪੰਜਵਾਂ, ਘਰ ਚੌਥਾ। ਏਕ ਓੰਕਾਰ ਸਤਿਗੁਰ ਪ੍ਰਸਾਦਿ। 12 ਮਾਹ ਬਾਣੀ ਦਾ ਨਾਮ ਹੈ। ਮਾਝ ਰਾਗ ਦਾ ਨਾਮ, ਜਿਸ ਰਾਗ ਦੇ ਵਿੱਚ ਇਸ ਬਾਣੀ ਨੂੰ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਪੰਜਵੇਂ ਪਾਤਸ਼ਾਹ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਪਾਵਨ ਅੰਗ 133 ਤੇ ਸੁਸ਼ੋਭਿਤ ਹੈ। ਮੰਗਲਾ ਚਰਨ ਅੰਕਿਤ ਕੀਤਾ ਹੋਇਆ ਪਾਤਸ਼ਾਹ ਜੀ ਨੇ ਏਕ ਓੰਕਾਰ ਸਤਿਗੁਰ ਪ੍ਰਸਾਦਿ। ਪਰਮਾਤਮਾ ਇੱਕ ਅਦੁੱਤੀ ਸਰਵਿਆਪਕ ਹੈ। ਗੁਰੂ ਦੀ ਕਿਰਪਾ ਸਦਕਾ ਇਹੋ ਜਿਹੇ ਪਰਮਾਤਮਾ ਨੂੰ ਪ੍ਰਾਪਤ ਕਰ ਲਈਦਾ ਹੈ। ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮੇਲੋ ਰਾਮ। ਸਤਿਗੁਰੂ ਪਾਤਸ਼ਾਹ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੀ ਹੈ, ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਸਾਨੂੰ ਹੋਣੀ ਚਾਹੀਦੀ ਹੈ ਕਿ ਇਸ ਬਾਣੀ ਦੇ ਵਿੱਚ ਕੁੱਲ 14 ਸ਼ਬਦ ਨੇ। ਜੋ ਸ਼ਬਦਾਂ ਦੀ ਗਿਣਤੀ 12 ਮਾਹਾਂ ਦੇ ਵਿੱਚ ਹੈ ਉਹ 14 ਹੈ। ਮਹੀਨੇ ਨੇ 12। ਕਈ ਵਾਰੀ ਇਹ ਵੀ ਭੁਲੇਖਾ ਪੈਂਦਾ ਜੇ 12 ਮਹੀਨੇ ਨੇ 12 ਮਾਹਾਂ ਦੀ ਬਾਣੀ ਹੈ, ਫਿਰ ਸ਼ਬਦ 14 ਕਿਵੇਂ ਹੋ ਗਏ? ਅਸਲ ਦੇ ਵਿੱਚ ਜੋ ਪਹਿਲਾ ਸ਼ਬਦ ਹੈ ਨਾ, ਕਿਰਤ ਕਰਮ ਕੇ ਵਿਛੁੜੇ, ਇਹ ਵਿਦਵਾਨਾਂ ਵੱਲੋਂ ਇਹ ਵਿਚਾਰ ਕਰਿਆ ਮੰਨਿਆ ਜਾਂਦਾ ਹੈ ਕਿ ਇਹ ਜਿਹੜਾ ਉਸਤਤ ਵਜੋਂ ਹੈ ਪਹਿਲਾ ਸ਼ਬਦ, ਤੇ ਜੋ ਅਖੀਰਲਾ ਸ਼ਬਦ ਹੈ ਉਸ ਰੱਬ ਦੇ ਸ਼ੁਕਰਾਨੇ ਵਜੋਂ ਉਹ ਵੀ ਉਸਤਤ ਵਜੋਂ ਹੈ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਦੋਂ ਵੀ ਮਹੀਨੇ ਦੀ ਵਿਚਾਰ ਹੁੰਦੀ ਹੈ, ਸ਼ਬਦ ਵਿਚਾਰ ਹੁੰਦੀ ਹੈ, ਜੇ ਕਿਤੇ ਅਸਾਂ ਚੇਤ ਮਹੀਨੇ ਤੋਂ ਹੀ ਆਰੰਭ ਕਰੀਏ, ਚੇਤ ਗੋਬਿੰਦ ਅਰਾਧੀਐ, ਭਾਵੇਂ ਉਹ ਵਿਚਾਰ ਹੋਵੇ ਜਾਂ ਮਹੀਨੇ ਦਾ ਪਾਠ, ਜਿਵੇਂ ਕਿ ਅਰਦਾਸ ਹੁਕਮਨਾਮੇ ਤੋਂ ਉਪਰੰਤ ਆਮ ਕਰਕੇ ਰਵਾਇਤ ਦੇ ਨਾਲ ਪੜ੍ਹਿਆ ਜਾਂਦਾ ਹੈ। ਹਾਲਾਂਕਿ ਕੋਈ ਮਰਿਆਦਾ ਨਹੀਂ ਹੈ ਕਿ ਜੇ ਨਾ ਪੜ੍ਹਿਆ ਤੇ ਬਹੁਤ ਬੜੀ ਉਣਤਾਈ ਹੋ ਗਈ। ਸੰਗਤਾਂ ਵਿੱਚੋਂ ਵੀ ਇੱਕਦਮ ਰੌਲਾ ਤੇ ਆਵਾਜ਼ਾਂ ਤੇ ਗੱਲਾਂ ਹੋਣ ਲੱਗ ਪੈਂਦੀਆਂ, ਲਓ ਜੀ ਗ੍ਰੰਥੀ ਸਿੰਘ ਭੁੱਲ ਗਏ, ਸ਼ਬਦ ਨਹੀਂ ਪੜ੍ਹਿਆ। ਇਹ ਕੋਈ ਮਰਿਆਦਾ ਨਹੀਂ ਹੈ। ਜੇ ਨਾ ਪੜ੍ਹੀਏ ਤੇ ਕੋਈ ਗਲਤੀ ਨਹੀਂ ਹੋ ਗਈ, ਕੋਈ ਮਰਿਆਦਾ ਤੋਂ ਉਲਟ ਕੰਮ ਨਹੀਂ ਹੋ ਗਿਆ। ਤੇ ਮਰਿਆਦਾ ਜਿਹੜਾ ਇੱਕ ਰਵਾਇਤ ਹੈ ਉਹ ਚੱਲ ਰਹੀ ਹੈ ਕਿ ਜੇ ਅੱਜ ਨਵਾਂ ਮਹੀਨਾ ਆਰੰਭਤਾ ਹੋਈ ਹੈ, ਹੁਕਮਨਾਮਾ ਸੁਣਿਆ, ਚਲੋ ਜੀ ਨਾਲ ਦੇ ਨਾਲ ਜਿਹੜੀਆਂ ਸੰਗਤਾਂ ਨੇ ਉਸ ਮਹੀਨੇ ਦੇ ਸੰਬੰਧ ਵਿੱਚ ਜੋ ਸ਼ਬਦ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਉਹਦਾ ਵੀ ਪਾਠ ਸੁਣ ਲਿਆ ਜਾਏ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜੇ ਕਿਤੇ ਕੇਵਲ ਤੇ ਕੇਵਲ ਇਸ ਮਹੀਨੇ ਦਾ ਹੀ ਪਾਠ ਕੀਤਾ ਜਾਏ, ਹੁਕਮਨਾਮਾ ਲਿਆ, ਅਰਦਾਸ ਕੀਤੀ, ਜਦੋਂ ਸੰਗਤਾਂ ਨੇ ਜੀ ਮਹੀਨਿਆਂ ਦੇ ਵੀ ਨਾਲ ਪਾਠ ਕਰ ਦਿਓ, ਤੇ ਜੇ ਕਿਰਤ ਕਰਮ ਕੇ ਵਿਛੁੜੇ ਤੋਂ ਨਾ ਲੈ ਕੇ ਚੇਤ ਗੋਬਿੰਦ ਅਰਾਧੀਐ, ਜਿੱਥੋਂ ਸ਼ਬਦ ਸ਼ੁਰੂ ਹੁੰਦਾ ਚੇਤ ਦਾ, ਇਸ ਸ਼ਬਦ ਦਾ ਹੀ ਇਕੱਲਾ ਪਾਠ ਕੀਤਾ ਜਾਏ ਤੇ ਇਹ ਵੀ ਕੋਈ ਗਲਤ ਨਹੀਂ ਹੈ। ਇਹ ਤਾਂ ਗੱਲਾਂ ਨੇ ਕਿਉਂਕਿ ਇਹ ਛੋਟੀਆਂ ਛੋਟੀਆਂ ਗੱਲਾਂ ਸਾਨੂੰ ਪਤਾ ਨਹੀਂ ਹੁੰਦੀਆਂ। ਤੇ ਜੇ ਅਸੀਂ ਕਿਤੇ ਹੋਰ ਗੁਰਦੁਆਰਾ ਸਾਹਿਬ ਗਏ, ਉੱਥੇ ਕਿਸੇ ਹੋਰ ਢੰਗ ਦੇ ਨਾਲ ਪਾਠ ਕਿਸੇ ਨੇ ਕਰ ਦਿੱਤਾ ਤੇ ਆਪਾਂ ਕਹਿੰਦੇ ਲਓ ਜੀ ਉਹਨਾਂ ਤੇ ਕੁਝ ਆਂਦਾ ਨਹੀਂ।
ਕਿਉਂਕਿ ਜੋ ਸਾਡੇ ਜ਼ਹਿਨ ਦੇ ਵਿੱਚ ਸੋਚ ਹੈ ਅਸੀਂ ਉਸ ਮੁਤਾਬਕ ਠੀਕ ਮੰਨਦੇ ਹਾਂ, ਜੋ ਕੋਈ ਉਸ ਤੋਂ ਅਲੱਗ ਕਰ ਦਿੱਤੇ ਗਲਤ। ਇਕੱਲੇ ਇੱਕ ਪਾਠ, ਇੱਕ ਸ਼ਬਦ ਦੀ ਵਿਚਾਰ ਤੇ ਇਸ ਮਹੀਨੇ ਦਾ ਹੀ ਪਾਠ ਕੀਤਾ ਜਾਵੇ ਤਾਂ ਵੀ ਗਲਤ ਨਹੀਂ ਹੈ। ਪਰ ਹੁਣ ਅਸੀਂ ਕਿਰਤ ਕਰਮ ਕੇ ਅੱਜ ਸ਼ਬਦ ਵਿਚਾਰ ਦੇ ਥਾ ਵਿਚਾਰ ਤੁਸੀਂ ਸੁਣਦੇ ਹੋ, ਇਸ ਨੂੰ ਇਸ ਤਰ੍ਹਾਂ ਲਵੋ ਕਿ ਅੱਜ ਅਸਾਂ 12 ਮਹੀਨੇ ਦੀ ਜੋ 12 ਮਾਹ ਦੀ ਬਾਣੀ ਹੈ ਉਹਦੀ ਸ਼ਬਦ ਵਿਚਾਰ ਸ਼ੁਰੂ ਕਰ ਰਹੇ ਹਾਂ, ਜੋ ਕਿ ਪੂਰੇ 1 ਸਾਲ ਦੇ ਵਿੱਚ ਜਾ ਕੇ ਸੰਪੂਰਨ ਹੋਏਗੀ। ਅਸੀਂ ਸ਼ੁਰੂ ਤੋਂ ਆਰੰਭ ਕੀਤੀ ਹੈ ਕਿਰਤ ਕਰਮ ਕੇ ਵਿਛੜੇ ਤੋਂ ਲੈ ਕੇ, ਤੇ ਜੋ ਵਿਚਾਰ ਹੈ, ਕਥਾ ਵਿਚਾਰ ਹੈ, ਸ਼ਬਦ ਵਿਚਾਰ ਹੈ, ਇਹ ਜਾ ਕੇ 1 ਸਾਲ 'ਚ ਪੂਰੀ ਹੋਏਗੀ। ਹਰ ਮਹੀਨੇ ਫਿਰ ਉਸੇ ਹਿਸਾਬ ਨਾਲ ਸ਼ਬਦ ਵਿਚਾਰ ਹੁੰਦੀ ਰਹੇਗੀ। ਜਿੱਥੇ ਅਸਾਂ ਮਹੀਨੇ ਦੇ ਉਪਦੇਸ਼ ਨੂੰ ਸ਼ਰਵਣ ਕਰਾਂਗੇ, ਵਿਚਾਰਾਂਗੇ, ਉੱਥੇ ਹੀ ਨਾਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇੱਕ ਬਾਣੀ ਦੀ ਸੰਪੂਰਨ ਵਿਚਾਰ ਵੀ ਅਸੀਂ ਕਰ ਲਵਾਂਗੇ। ਇਸ ਲਈ ਇਹ ਜਾਣਕਾਰੀ ਵਾਸਤੇ ਕੁਝ ਬੇਨਤੀਆਂ ਸਨ ਤਾਂ ਕਿ ਸਾਨੂੰ ਪਤਾ ਹੋਵੇ। ਖੈਰ, ਸੱਚੇ ਪਾਤਸ਼ਾਹ ਜੀ ਨੇ ਜੋ ਵਿਚਾਰ ਪਹਿਲਾਂ ਸ਼ੁਕਰਾਨੇ ਦੇ ਉਸਤਤ ਵਜੋਂ ਜੋ ਸ਼ਬਦ ਵਿੱਚ ਸਮਝਾਉਣਾ ਕੀਤੀ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਪਰਮਾਤਮਾ ਜੀ, ਅਸੀਂ ਕਿਰਤ ਕਰਮ ਕੇ ਆਪਣੇ ਵੱਲੋਂ ਕੀਤੀ ਹੋਈ ਕਿਰਤ ਦੇ ਕਰਕੇ ਵਿਛੜ ਗਏ ਹਾਂ। ਅਸੀਂ ਆਪਣੇ ਵੱਲੋਂ